लाख 84 मेदनी, तिशना जलती करे पुकार। ए मोह माया सब पसरिया, नाल चलै न अंती वार। बिन हर शांत न आवई, किस आगै करी पुकार। वड भागी सतगुर पाया, बूझिया ब्रह्म विचार। तिशना अगन सब बुझ गई, जन नानक हर उर धार। वड भागी सतगुर पाया, बूझिया ब्रह्म विचार। तिशना अगन सब बुझ गई, जन नानक हर उर धार। वाहिगुरु जी का खालसा, वाहिगुरु जी की फतेह। ਸ਼ਲੋਕ 12 ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ। ਤਿਸ ਲੜੀ ਦੇ ਤਹਿਤ ਅੱਜ ਆਪਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 28 ਨੰਬਰ ਸ਼ਲੋਕ ਜਿਸ ਦਾ ਪਾਠ ਸਰਵਣ ਕੀਤਾ। ਇਹ ਪਾਵਨ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1416 ਦੇ ਉੱਪਰ ਸੁਭਾਏਮਾਨ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਾਵਨ ਸ਼ਲੋਕ ਰਾਹੀਂ ਜਿਹੜੀ ਮਾਨਵਤਾ ਦੇ ਹਿਰਦੇ ਵਿੱਚ ਅੱਗ ਬਲ ਰਹੀ ਹੈ ਉਸ ਅੱਗ ਦਾ ਜ਼ਿਕਰ ਕੀਤਾ ਤੇ ਨਾਲ ਉਸ ਅੱਗ ਨੂੰ ਬੁਝਾਉਣ ਦਾ ਤਰੀਕਾ ਦੱਸਿਆ। ਸਤਿਗੁਰੂ ਜੀ ਨੇ ਜਿਸ ਅੱਗ ਦਾ ਜ਼ਿਕਰ ਇਸ ਸ਼ਲੋਕ ਵਿੱਚ ਕੀਤਾ ਹੈ, ਲਗਭਗ ਵਿਰਲਿਆਂ ਨੂੰ ਛੱਡ ਕੇ ਸਾਰਿਆਂ ਦੇ ਅੰਦਰ ਇਹ ਅੱਗ ਬਲ ਰਹੀ ਹੈ। ਇਸ ਅੱਗ ਨੇ ਕਈਆਂ ਦੇ ਘਰ ਪਰਿਵਾਰ ਸੜ ਕੇ ਸੁਆਹ ਕਰ ਦਿੱਤੇ ਨੇ। ਇਸ ਅੱਗ ਨੇ ਰਿਸ਼ਤਿਆਂ ਨੂੰ ਰਿਸ਼ਤਿਆਂ ਤੋਂ ਦੂਰ ਕਰ ਦਿੱਤਾ ਹੈ। ਜੇ ਤੇ ਅੱਗ ਬਾਹਰਲੀ ਹੁੰਦੀ ਪਾਣੀ ਨਾਲ ਬੁਝਾਈ ਜਾ ਸਕਦੀ ਸੀ, ਜਾਂ ਇੰਜ ਕਹਿ ਲਓ ਬਾਹਰਲੀ ਅੱਗ ਦੁਨਿਆਵੀ ਅੱਗ ਲੱਗਦੀ ਕਿਸੇ ਗਲਤੀ ਨਾਲ ਹੈ, ਬੁਝਾ ਕੋਈ ਦੂਸਰਾ ਦਿੰਦਾ ਹੈ। ਪਰ ਜਿਹੜੀ ਅੰਦਰ ਅੱਗ ਲੱਗੀ ਹੈ ਇਹ ਲਾਈ ਵੀ ਆਪ ਹੈ ਤੇ ਬੁਝਾਉਣੀ ਵੀ ਆਪ ਹੀ ਪੈਣੀ ਹੈ। ਇਸ ਅੱਗ ਬਾਰੇ ਕੋਈ ਦੱਸ ਤੇ ਸਕਦਾ ਹੈ, ਪਰ ਇਸ ਅੱਗ ਨੂੰ ਬੁਝਾਉਣ ਲਈ ਜਿਤਨਾ ਵੀ ਤੁਹਾਨੂੰ ਮਿਹਨਤ ਮੁਸ਼ੱਕਤ ਕਰਨੀ ਪਵੇਗੀ ਉਹ ਮਨੁੱਖ ਨੇ ਆਪ ਕਰਨੀ ਹੈ। ਸਤਿਗੁਰੂ ਜੀ ਨੇ ਇੱਥੇ ਸ਼ਬਦ ਵਰਤਿਆ ਹੈ 84 ਲੱਖ। ਹੁਣ ਇਹ ਬਾਣੀ ਵਿੱਚ ਬਹੁਤ ਥਾਵਾਂ 'ਤੇ ਸ਼ਬਦ ਆਇਆ। ਗੁਰੂ ਸਾਹਿਬ ਜੀ ਨੇ ਬਹੁਤ ਸ਼ਬਦ ਮੁਹਾਵਰਿਆਂ ਦੇ ਤੌਰ 'ਤੇ ਵਰਤੇ ਨੇ, ਪਰ ਅਸੀਂ ਕਈ ਵਾਰੀ ਉਹਨਾਂ ਸ਼ਬਦਾਂ ਨੂੰ ਲੈ ਕੇ ਬਹਿ ਜਾਂਦੇ ਹਾਂ। ਹੁਣ ਇੱਥੇ ਸ਼ਬਦ ਵਰਤਿਆ 184 ਮੇਦਨੀ, ਤਿਸ਼ਨਾ ਜਲਤੀ ਕਰੇ ਪੁਕਾਰ। ਵਿਪਰ ਵੱਲੋਂ ਇੱਕ ਬਹੁਤ ਵੱਡਾ ਭਰਮ ਜਾਲ ਫੈਲਾਇਆ ਗਿਆ ਸੀ ਵੀ 84 ਲੱਖ ਜੂਨਾਂ ਭੋਗਣ ਤੋਂ ਬਾਅਦ ਇਹ ਮਨੁੱਖਾ ਸਰੀਰ ਇਨਸਾਨ ਨੂੰ ਪ੍ਰਾਪਤ ਹੋਇਆ। ਤਵੱਜੋ ਦੇ ਕੇ ਸੁਣਿਓ ਤਾਂ ਗੱਲ ਸਮਝ ਪੈ ਜਾਏ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਜਦੋਂ ਪੇਸ਼ ਕਰਦੇ ਹਾਂ ਜਾਂ ਆਪਾਂ ਸਾਰੇ ਕਹਿੰਦੇ ਵੀ ਪਰਮਾਤਮਾ ਦੀ ਪੈਦਾ ਕੀਤੀ ਹੋਈ ਕੁਦਰਤ ਦਾ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਇਹ ਕਿਤਾਬਾਂ 'ਚ ਵੀ ਪੜ੍ਹਨ ਨੂੰ ਮਿਲਦਾ ਹੈ, ਗੁਰੂ ਸਾਹਿਬ ਨੇ ਵੀ ਬਾਣੀ 'ਚ ਬਹੁਤ ਥਾਂ 'ਤੇ ਲਿਖੇ, ਆਮ ਵਿਚਾਰ ਚਰਚਾ 'ਤੇ ਵੀ ਚੱਲਦਾ ਹੈ ਵੀ ਨਹੀਂ ਭਾਈ, ਉਸ ਮਾਲਕ ਵੱਲੋਂ ਪੈਦਾ ਕੀਤੀ ਹੋਈ ਕੁਦਰਤ ਦਾ ਕੋਈ ਅੰਤ ਪਾ ਲੈ। ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਹੁਣ ਇਹ 84 ਲੱਖ ਵਿਪਰ ਵੱਲੋਂ ਪਾਇਆ ਇੱਕ ਮੁਹਾਵਰਾ ਸੀ ਕਿ 84 ਲੱਖ ਜੂਨਾਂ ਭੋਗਣ ਤੋਂ ਬਾਅਦ ਇਹ ਮਨੁੱਖਾ ਦੇਹ ਪ੍ਰਾਪਤ ਹੋਈ ਹੈ। ਇਹ ਭਾਈ ਇੱਥੇ ਕੋਈ ਚੰਗੇ ਕਰਮ ਕਰ ਲਾ, ਤੂੰ ਉਹਨਾਂ ਜੂਨਾਂ ਤੋਂ ਬਚ ਜਾਏਗਾ। ਬਸ ਵਿਪਰ ਦਾ ਅਤੇ ਗੁਰਮਤ ਦਾ ਆਹ ਫਰਕ ਹੈ, ਜਿਹਨੂੰ ਆਪਾਂ ਵਿਪਰਵਾਦ ਕਹਿੰਦੇ। ਵਿਪਰ ਕਹਿੰਦਾ 84 ਲੱਖ ਜੂਨ ਭੋਗ ਕੇ ਤੈਨੂੰ ਸਰੀਰ ਮਿਲਿਆ, ਇੱਥੇ ਕੋਈ ਚੰਗੇ ਕਰਮ ਕਰ ਲਾ। ਚੰਗੇ ਕਰਮ ਮੀਨਿੰਗ ਵੀ ਦਾਨ ਪੁੰਨ ਕਰ ਲਾ। ਦਾਨ ਕਿਹਨੂੰ ਕਰ? ਵਿਪਰ ਨੂੰ। ਸੇਵਾ ਸੰਭਾਲ ਕੇ ਦੀ ਕਰ, ਵਿਪਰ ਦੀ। ਅੱਗਾ ਸਵਾਰ ਲਾ। ਤਾਂ ਹੀ ਤੁਸੀਂ ਵੇਖੋ ਲੋਕ ਆਪਣੇ ਸੋਨਾ ਚਾਂਦੀ ਹੀਰੇ ਜਵਾਹਰਾਤ ਵੀ ਧਾਰਮਿਕ ਅਸਥਾਨਾਂ ਨੂੰ ਅਰਪਣ ਕਰਦੇ ਆਏ।
ਚੜਾਉਂਦੇ ਆਏ, ਭੇਟਾ ਕਰਦੇ ਆਏ, ਜਿਹਦਾ ਜ਼ਿਕਰ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ 'ਚ ਕੀਤਾ ਹੈ। ਆਸਦਾਨ, ਗੱਜਦਾਨ, ਸੇਜਾਂ ਨਾਰੀ, ਭੂਮਦਾਨ। ਇਹ ਕਾਹਦੇ ਲਈ ਸੀ? ਅੱਗਾ ਸਵਾਰਨ ਲਈ। ਜੇ ਇੱਥੇ ਸਵਾਰਨ ਦੀ ਗੱਲ ਹੁੰਦੀ ਤਾਂ ਵਿਪਰ ਨੂੰ ਇਹ ਕਹਿੰਦਾ ਵੀ ਇਹ ਚੀਜ਼ਾਂ ਤੁਹਾਨੂੰ ਸਾਨੂੰ ਦੇਣ ਦੀ ਲੋੜ ਨਹੀਂ, ਤੁਸੀਂ ਆਪਣੇ ਪਰਿਵਾਰਾਂ 'ਚ ਵਰਤੋ, ਤੁਸੀਂ ਆਪਣੇ ਪਰਿਵਾਰਾਂ 'ਚ ਰਹੋ, ਸਮਾਜ ਨੂੰ ਸੋਹਣਾ ਬਣਾਓ। ਸਗੋਂ ਉਹਨੇ ਇਹ ਕਿਹਾ ਵੀ ਹਾਥੀ ਘੋੜੇ, ਇੱਥੋਂ ਤੱਕ ਈਵਨ ਕਿ ਆਪਣੀ ਇਸਤਰੀ ਵੀ ਸੇਜਾ 'ਤੇ ਬਿਠਾ ਕੇ ਵਿਪਰ ਨੂੰ ਦਾਨ ਕੀਤੀ ਜਾਂਦੀ ਰਹੀ ਕਿ ਇਹ ਮੇਰਾ ਅੱਗਾ ਸਵਰ ਜਾਏ। ਅਤੇ ਉਹਦਾ ਨੁਕਸਾਨ ਕੀ ਹੋਇਆ? ਜਦੋਂ ਔਰਤ ਵਸਤੂ ਬਣਾ ਕੇ ਦਾਨ ਕੀਤੀ ਗਈ, ਸੋਨਾ ਚਾਂਦੀ ਦਾਨ ਕੀਤਾ ਗਿਆ, ਅਤੇ ਬਾਹਰੋਂ ਆਏ ਹਮਲਾਵਰ ਨੂੰ ਇਹ ਦੋ ਹੀ ਚੀਜ਼ਾਂ ਚਾਹੀਦੀਆਂ ਸੀ, ਧਨ ਚਾਹੀਦਾ ਸੀ ਅਤੇ ਤਨ ਚਾਹੀਦਾ ਸੀ। ਉਹਨੇ ਫਿਰ ਜੇ ਧਾਰਮਿਕ ਸਥਾਨ ਤੋੜੇ ਨੇ, ਜਿਨ੍ਹਾਂ ਨੂੰ ਇਹ ਧਾਰਮਿਕ ਕਹਿੰਦੇ ਸੀ, ਜਿਨ੍ਹਾਂ ਨੂੰ ਇਹਨਾਂ ਨੇ ਅਯਾਸ਼ੀ ਦੇ ਅੱਡੇ ਬਣਾਇਆ ਸੀ, ਜੇ ਤੋੜੇ ਨੇ ਤਾਂ ਮੈਨੂੰ ਲੱਗਦਾ ਉਹਨਾਂ ਨਾਲੋਂ ਵੱਧ ਕਸੂਰ ਇਹਨਾਂ ਲੋਕਾਂ ਦਾ ਸੀ ਜਿਨ੍ਹਾਂ ਨੇ ਉਹਨਾਂ ਨੂੰ ਇਹ ਰਾਹ ਦਿੱਤਾ ਹੈ। ਇਸ ਨੁਕਤੇ ਨੂੰ ਸਮਝਿਓ। ਹੁਣ ਜੇ ਸੱਚੀ ਗੱਲ ਹੈ 84 ਲੱਖ ਜੂਨ ਭੋਗਣ ਤੋਂ ਬਾਅਦ ਇਹ ਮਨੁੱਖਾ ਦੇਹ ਮਿਲੀ ਹੈ, ਅਤੇ ਜੇ ਇਸ ਮਨੁੱਖਾ ਦੇਹ ਦੇ ਵਿੱਚ ਵੀ ਕਿਸੇ ਦਾ ਕੋਈ ਅੰਗ ਪੈਰ 'ਚ ਪ੍ਰੋਬਲਮ ਹੈ, ਕੋਈ ਗਰੀਬੀ ਹੈ, ਜਿੱਦਾਂ ਸਾਡੇ ਸਮਾਜ 'ਚ ਸਵਾਲ ਪੈਦਾ ਹੁੰਦੇ ਨੇ, ਅਤੇ ਫਿਰ ਵੀ ਵਿਪਰ ਉਹਨੂੰ ਕਹਿੰਦਾ ਤੂੰ ਪਿਛਲੇ ਕਰਮ ਦੀ ਸਜ਼ਾ ਮਿਲੀ ਹੈ ਤੈਨੂੰ। ਇੱਕ ਬੰਨੇ ਤੇ 84 ਲੱਖ ਜੂਨ ਭੋਗ ਆਇਆ ਉਹ, ਇੱਥੇ ਆਣ ਕੇ ਫਿਰ ਉਹਨੂੰ ਇਹ ਕਿਹਾ ਜਾਂਦਾ ਵੀ ਤੇਰਾ ਪਿਛਲਾ ਕਰਮ ਨਾਲ ਆ ਰਿਹਾ। ਦੱਸੋ ਪਿਛਲਾ ਕਿਹੜਾ ਕਰਮ ਸੀ? ਕੁੱਤਾ ਬਣ ਕੇ, ਬਿੱਲੀ ਬਣ ਕੇ, ਸੱਪ ਬਣ ਕੇ, ਸੂਰ ਬਣ ਕੇ, ਉਹਨੇ ਕਿਹੜਾ ਐਸਾ ਗੁਨਾਹ ਕੀਤਾ ਸੀ ਜਿਹੜਾ ਕਰਮ ਉਹਦੇ ਨਾਲ ਆ ਰਿਹਾ? ਉਹ ਤਾਂ ਸੂਰ ਦਿਸਦਾ ਸੂਰ ਹੈਗਾ ਵੀ ਸੂਰ ਹੈ, ਜੋ ਕੁੱਤਾ ਦਿਸਦਾ ਉਹ ਹੈਗਾ ਵੀ ਹੈ, ਮੱਝ ਜੋ ਦਿਸਦੀ ਉਹ ਹੈਗੀ ਵੀ ਹੈ। ਇੱਕੋ ਇਨਸਾਨ ਹੈ, ਜੋ ਦਿਸਦਾ ਉਹ ਹੈ ਨਹੀਂ, ਜੋ ਹੈ ਉਹ ਦਿਸਦਾ ਨਹੀਂ। ਜੇ 84 ਲੱਖ ਭੋਗਣ ਤੋਂ ਬਾਅਦ ਇਹ ਮਨੁੱਖਾ ਦੇਹ ਮਿਲੀ ਹੈ ਅਤੇ ਹੁਣ ਕਾਹਦੀ ਸਜ਼ਾ ਉਹਨੂੰ? ਵਿਪਰ ਇਹ ਕਹਿੰਦਾ, ਪਰ ਗੁਰਮਤਿ ਉਲਟ ਕਹਿੰਦੀ ਹੈ। ਗੁਰਮਤਿ ਕਹਿੰਦੀ ਹੈ ਤੇਰੇ ਕੋਲ ਪਹਿਲਾ ਅਤੇ ਆਖਰੀ ਚਾਂਸ ਹੈ, ਇਸ ਜੀਵਨ ਨੂੰ ਸਵਾਰ, ਅੱਗੇ ਦਾ ਨਾ ਸੋਚ, ਇੱਥੇ ਸਵਾਰ ਆਪਣੇ ਜੀਵਨ ਨੂੰ। ਤਾਂ ਗੁਰੂ ਸਾਹਿਬ ਨੇ ਸਵਾਰੇ ਨੇ, ਇੱਥੇ ਪਰਉਪਕਾਰ ਸਿਖਾਇਆ, ਇੱਥੇ ਜੀਵਨ ਦੀ ਸ਼ੈਲੀ ਸਿਖਾਈ ਵੀ ਕਿੱਦਾਂ ਆਪਾ ਕੁਰਬਾਨ ਕੀਤਾ ਜਾ ਸਕਦਾ ਆਪਣੇ ਭਰਾ ਤੋਂ। ਆਪਣੇ ਪੱਟਾਂ ਦੇ ਮਾਸ ਵੀ ਖਵਾਏ ਨੇ ਉਹਨਾਂ ਨੂੰ ਜਿਨ੍ਹਾਂ ਦੇ ਨਾਲ ਉਹਨਾਂ ਦਾ ਖੂਨ ਦਾ ਕੋਈ ਰਿਸ਼ਤਾ ਨਹੀਂ ਸੀ। ਇੱਥੇ ਲੋਕ ਆਪਣੇ ਖੂਨ ਦੇ ਕਤਲ ਕਰਦੇ ਆ ਰਹੇ ਸੀ। ਗੁਰੂ ਸਾਹਿਬ ਨੇ ਇਹੋ ਜਿਹੀ ਸ੍ਰਿਸ਼ਟੀ, ਇਹੋ ਜਿਹਾ ਸਮਾਜ ਸਿਰਜ ਦਿੱਤਾ, ਇਹੋ ਜਿਹੀ ਲੁਕਾਈ ਬਣਾ ਦਿੱਤੀ ਕਿ ਜਿਨ੍ਹਾਂ ਨਾਲ ਖੂਨ ਦਾ ਕੋਈ ਰਿਸ਼ਤਾ ਨਹੀਂ, ਉਹਨਾਂ ਤੋਂ ਵੀ ਆਪਾ ਕੁਰਬਾਨ ਕੀਤਾ ਜਾ ਰਿਹਾ ਹੈ। ਦੇਖ ਰਹੇ ਆਪਾਂ ਸਾਡੇ ਸਾਹਮਣੇ ਪਰਉਪਕਾਰ, ਸੇਵਾ, ਇਹ ਗੱਲਾਂ ਗੁਰੂ ਸਾਹਿਬ ਨੇ ਮਨੁੱਖਤਾ ਦੇ ਵਿੱਚ ਪਾਈਆਂ, ਦੱਸਿਆ। ਜੋ ਅੱਜ ਅਸੀਂ ਸਮਾਜ ਵਿੱਚ ਇਹ ਸੇਵਾਵਾਂ ਵੇਖਦੇ ਹਾਂ, ਗੁਰੂ ਸਾਹਿਬ ਨਹੀਂ ਤਾਂ 4 ਦਿਨ ਕਿਸੇ ਨੂੰ ਰੋਟੀ ਖਵਾਉਣੀ ਔਖੀ ਹੁੰਦੀ ਹੈ। ਜਾਂ ਕਿਸਾਨੀ ਅੰਦੋਲਨ ਦੀ ਵੀ ਆਪਾਂ ਗੱਲ ਕਰੀਏ, ਜੋ ਉੱਥੇ ਸਭ ਕੁਝ ਵਰਤਾਰਾ ਵਰਤ ਰਿਹਾ, ਇਹ ਗੁਰੂ ਸਾਹਿਬ ਦੀ ਰਹਿਮਤ ਹੈ। ਤੋ ਖੈਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਜਿਹੜੀ 84 ਲੱਖ ਜੂਨ ਇੱਕ ਮੁਹਾਵਰਾ ਸੀ। ਹੁਣ ਇੱਕ ਬੰਨੇ ਅਸੀਂ ਕਹਿੰਦੇ, ਮੰਨ ਲਓ ਤਵੱਜੋ ਦੇ ਕੇ ਸੁਣਿਓ, ਤੁਹਾਡਾ ਬੱਚਾ ਗੁਰਦੁਆਰੇ ਜਾਏ, ਉੱਥੇ ਗੁਰਦੁਆਰਾ ਸਾਹਿਬ ਦਾ ਭਾਈ ਇਹ ਗੱਲ ਕਹਿ ਰਿਹਾ ਹੋਵੇ ਕਿ ਭਾਈ 84 ਲੱਖ ਜੂਨ ਭੋਗਣ ਤੋਂ ਬਾਅਦ ਤੈਨੂੰ ਮਨੁੱਖਾ ਦੇਹ ਪ੍ਰਾਪਤ ਹੋਈ ਹੈ, ਅਤੇ ਨਾਲ ਇਹ ਸ਼ਬਦ ਬੋਲੇ ਪਰਮਾਤਮਾ ਦਾ ਕਿਸੇ ਨੇ ਅੰਤ ਨਹੀਂ ਪਾਇਆ, ਪਰਮਾਤਮਾ ਬੇਅੰਤ ਹੈ। ਅਤੇ ਬੱਚਾ ਜੇ ਇੰਟੈਲੀਜੈਂਟ ਹੋਏਗਾ, ਬੱਚਾ ਬਹੁਤ ਤੇਜ਼ ਬੁੱਧੀ ਦਾ ਬੱਚਾ ਹੋਏਗਾ, ਉਹ ਘਰ ਆਣ ਕੇ ਤੁਹਾਨੂੰ ਕੁਐਸਚਨ ਕਰੇਗਾ। ਅਤੇ ਜੇ ਤੁਸੀਂ ਆਪਣੇ ਵਰਗਾ ਹੀ ਬਣਾ ਲਿਆ ਵੀ ਉਹਨੂੰ ਬਸ ਲੰਗਰ ਛਕਿਆ ਅਤੇ ਘਰ ਆ ਗਿਆ, ਫਿਰ ਤਾਂ ਠੀਕ ਹੈ। ਨਹੀਂ ਤਾਂ ਪੁੱਛੇਗਾ, ਕੀ ਪੁੱਛੇਗਾ ਭਲਾ? ਸੁਣਿਓ ਹੁਣ, ਇਹ ਕੁਐਸਚਨ ਕਰੇਗਾ ਕਿ ਇੱਕ ਬੰਨੇ ਭਾਈ ਸਾਹਿਬ ਕਹਿ ਰਹੇ ਸੀ ਵੀ 84 ਲੱਖ ਜੂਨ ਭੋਗਣ ਤੋਂ ਬਾਅਦ ਪ੍ਰਮਾਤਮਾ ਨੇ ਇਹ ਮਨੁੱਖਾ ਦੇ ਦਿੱਤੀ ਹੈ। ਦੂਜੇ ਬੰਨੇ ਕਹਿ ਰਹੇ ਸੀ ਭਾਈ ਸਾਹਿਬ ਕਿ ਪ੍ਰਮਾਤਮਾ ਦੇ ਕੁਦਰਤ ਦਾ ਅੰਤ ਨਹੀਂ ਪੈ ਸਕਦਾ। ਜੇ ਅੰਤ ਨਹੀਂ ਪੈ ਸਕਦਾ ਅਤੇ ਇਹ 84 ਲੱਖ ਜੀਵ ਗਿਣੇ ਕਿਹਨੇ? ਇਹ ਗਿਣਤੀ ਕਿਹਨੇ ਕੀਤੀ ਵੀ ਮੱਝ 1, ਗਾਂ 2, ਸੱਪ 3, ਨਿਉਲਾ 4, ਕੋੜ ਕਿਰਲੀ 5, ਇੱਦਾਂ ਗਿਣਤੀ ਕੀਤੀ ਉਹਨੇ, ਅਤੇ ਗਿਣਤੀ ਕਰਕੇ ਲਿਖੀ ਗਿਆ। ਫਿਰ ਉਹਨੇ ਗਿਣਤੀ ਕੀਤੀ ਵੀ 84 ਲੱਖ, ਵੀ ਮੁਕੰਮਲ ਦੁਨੀਆ ਦੇ ਅੰਦਰ, ਪੂਰੀ ਦੁਨੀਆ 'ਤੇ 84 ਲੱਖ ਕਿਸਮ ਦੇ ਜੀਵ ਪੈਦਾ ਹੋਏ ਨੇ। ਹੁਣ ਧਿਆਨ ਨਾਲ ਸੁਣਿਓ, 84 ਲੱਖ ਕਿਸਮ ਦੇ। ਅਤੇ ਉਹ ਬੱਚਾ ਕੁਐਸਚਨ ਨਹੀਂ ਕਰੇਗਾ ਵੀ ਜਿਹਨੇ ਗਿਣੇ ਨੇ, ਫਿਰ ਤਾਂ ਉਹਨੇ ਰੱਬ ਦੀ ਇਸ ਪੈਦਾ ਕੀਤੀ ਹੋਈ ਕੁਦਰਤ ਦਾ ਇੱਥੇ ਤੇ ਅੰਤ ਪਾ ਹੀ ਲਿਆ ਨਾ, ਕਿ ਪਰਮਾਤਮਾ ਤੇ 85 ਵੀ ਨਹੀਂ ਪੈਦਾ ਕਰ, 84 ਲੱਖ ਇੱਕ ਪੈਦਾ ਕਰਦਾ, 84 ਲੱਖ 2, 84 ਲੱਖ 3, 84 ਲੱਖ ਇੱਦਾਂ। ਉਹ ਭਲਿਓ ਇਸ ਗੇਮ ਨੂੰ ਸਮਝੋ, ਇਹ ਬਾਣੀ ਦੇ ਕੁਝ ਮੁਹਾਵਰੇ ਨੇ। ਸਾਡੀ ਸਮੱਸਿਆ ਕੀ ਹੈ? ਜੇ ਗੁਰਬਾਣੀ 'ਚ ਰਾਮ ਆ ਗਿਆ, ਅਸੀਂ ਗੁਰਬਾਣੀ ਛੱਡ ਕੇ ਰਾਮ ਦੀ ਸਟੋਰੀ ਸੁਣਾਉਣ ਲੱਗ ਪੈਣੀ।
ਉਹ ਬਾਣੀ 'ਚ ਕਿਸ ਸੰਦਰਭ 'ਚ ਆਇਆ ਇਹ ਵਿਚਾਰਨਾ ਬਹੁਤ ਜ਼ਰੂਰੀ ਹੈ। ਅੱਜ ਇਸੇ ਕਰਕੇ ਬਹੁਤੇ ਬੰਦੇ ਕਹਿੰਦੇ ਵੇਖੋ ਜੀ ਇਹ ਗੱਲਾਂ ਬਾਣੀ 'ਚ, ਉਹ ਪੱਲੇ ਉਹ ਬਾਣੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਗੁਰੂ ਸਾਹਿਬ ਜੀ ਨੇ ਇੱਥੇ ਗੱਲ ਕਹੀ ਕੀ ਹੈ। ਇੱਥੇ ਹੁਣ ਆਪਾਂ ਜੇ ਸੱਪ ਦੀ ਗੱਲ ਕਰੀਏ, ਕਿੰਨੇ ਕਿਸਮ ਦੇ ਸੱਪ ਨੇ। ਡਿਸਕਵਰੀ ਚੈਨਲ ਵੇਖੋ ਤੁਸੀਂ, ਕਿੰਨੀ ਮਿਹਨਤ ਨਾਲ ਉਹ ਅਗਲੇ ਨੇ ਚੈਨਲ ਬਣਾਇਆ, ਕਿੱਦਾਂ ਪਹੁੰਚ ਕੇ ਐਨ ਜ਼ਿੰਦਗੀ ਨੂੰ ਦਾਅ 'ਤੇ ਲਾ ਕੇ ਵੀ ਉਹ ਕਈ ਵਾਰੀ ਸਾਡੇ ਕੋਲ ਉਹ ਗਿਆਨ ਪਹੁੰਚਾਉਂਦੇ ਨੇ। ਮੱਛੀ ਕਿੰਨੇ ਕਿਸਮ ਦੀ ਹੈ, ਸੱਪ ਕਿੰਨੇ ਕਿਸਮ ਦੇ ਨੇ, ਕਈ ਕਿਸਮ ਦੇ ਸੱਪ ਹੁੰਦੇ ਨੇ। ਅਤੇ ਫਿਰ ਜਦੋਂ ਰੱਬ ਨੇ ਸੱਪ ਦੀ ਜੂਨ 'ਚ ਪਾਇਆ, ਕਿਹੜੀ ਜੂਨ 'ਚ ਪਾਇਆ, ਜ਼ਹਿਰੀਲੇ ਕਿ ਡੱਡੂ ਖਾਣੇ 'ਚ। ਇੱਕ ਵਾਰੀ ਬੰਦਾ ਡੱਡੂ ਖਾਣਾ ਸੱਪ ਬਣੂਗਾ, ਫਿਰ ਜ਼ਹਿਰੀਲਾ ਸੱਪ ਬਣੂਗਾ, ਫਿਰ ਕਿਸੇ ਹੋਰ ਸੱਪ ਬਣੂਗਾ। ਫਿਰ ਇਹਦਾ ਮਤਲਬ ਸੱਪ ਦੀਆਂ ਕਿੰਨੀਆਂ ਕਿਸਮਾਂ ਨੇ, ਅਤੇ ਸੱਪ ਦੀ ਤਾਂ ਫਿਰ ਇੱਕੋ ਜੂਨ ਹੀ ਮਿਲੇਗੀ ਨਾ। ਉਹ ਪਿਆਰਿਓ, ਇਸ ਖੇਡ ਨੂੰ ਸਮਝੋ। ਜਿੰਨੇ ਅਸੀਂ ਅਖੰਡ ਪਾਠਾਂ 'ਤੇ ਜ਼ੋਰ ਦਿੱਤਾ ਨਾ, ਜਿੰਨੇ ਅਸੀਂ ਲਾਗੇ ਤੂਫਤ ਖਾਏ ਨੇ, ਕਾਸ਼ ਰਮਾਲਾ ਚੱਕ ਕੇ ਨੂੰ ਪੜ੍ਹਿਆ ਹੁੰਦਾ, ਸਾਨੂੰ ਇਸ ਖੇਡ ਦੀ ਸਮਝ ਆ ਜਾਂਦੀ। ਉਮੀਦ ਹੈ ਅਜੇ ਵੀ ਸਮਝਣਾ ਚਾਹੋਗੇ ਤਾਂ ਸਮਝ ਆ ਜਾਏਗੀ ਸਾਨੂੰ। ਇੱਥੇ 84 ਲੱਖ ਮੇਦਨੀ ਦਾ ਅਰਥ ਹੈ ਬਹੁਤ ਜ਼ਿਆਦਾ। ਹੁਣ ਬਹੁਤ ਜ਼ਿਆਦਾ ਸ਼ਬਦ ਜਿਹੜਾ ਕਿ ਕੀ ਹੈ, ਹੁਣ ਇੱਕ ਬੰਨੇ ਬਾਣੀ ਅਸੰਖ ਕਹਿ ਰਹੀ ਹੈ, ਅਸੰਖ ਗਿਣਤੀ, ਜਿੱਥੇ ਗਿਣਤੀ ਵਾਲਾ ਸ਼ਬਦ ਮੁੱਕ ਗਿਆ। ਇੱਕ ਬੰਨੇ ਬਾਣੀ ਕਹਿੰਦੀ ਅਸੰਖ ਜਪ, ਅਸੰਖ ਤਪ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਰੰਗਾਂ ਰੰਗਾਂ ਭਾਤਾਂ ਭਾਤਾਂ ਦੀ ਜਿਨਸੀ ਮਾਇਆ ਜਿਨ ਉਪਾਈ। ਪਤਾ ਨਹੀਂ ਕਿੰਨਾ ਕੁਝ ਪੈਦਾ ਕੀਤਾ ਉਹਨੇ। ਭੀ ਤੇਰੀ ਕੀਮਤ ਨਾ ਪਵੇ, ਹੋਕੇ ਵੱਡੇ ਆਖਾਂ ਨਾਉ। ਇਸ ਕਰਕੇ ਪਰਮਾਤਮਾ ਦੀ ਇਸ ਪੈਦਾ ਕੀਤੀ ਹੋਈ ਕੁਦਰਤ ਬਾਰੇ ਤੁਸੀਂ ਕੋਈ ਪ੍ਰੋਪਰ ਸ਼ਬਦ ਲੱਭ ਲਓ ਵੀ ਐਸੇ ਐਂਡ ਹੈ, ਨਹੀਂ। ਆਪਾਂ ਭਗਤ ਕਬੀਰ ਜੀ ਦਾ ਸਲੋਕ ਪੜ੍ਹਦੇ ਹਾਂ। ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਸਾਤ ਸਮੁੰਦਰ ਮਸ ਕਰੋ, ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣ ਜਾਏ, ਮਸ ਕਰੋ ਕਲਮ ਕਰੋ ਬਨ ਰਾਏ। ਜਿੰਨੀ ਬਨਸਪਤੀ ਆ ਉਹਨੂੰ ਕੱਟ ਕੇ ਕਲਮਾਂ ਬਣਾ ਲਈਆਂ ਜਾਣ। ਵਸੁਦਾ ਕਾਗਜ਼ ਜਾਓ ਕਰੋ, ਸਾਰੀ ਧਰਤੀ ਪੇਪਰ ਬਣ ਜਾਏ। ਹੁਣ ਧਰਤੀ ਪੇਪਰ ਬਣ ਜਾਏ, ਸੱਤਾਂ ਸਮੁੰਦਰਾਂ ਦੀ ਜਿੰਨਾ ਪਾਣੀ ਹੈ ਇਹ ਸ਼ਾਹੀ ਬਣ ਜਾਏ, ਸਾਰੀ ਬਨਸਪਤੀ ਕਲਮਾਂ ਬਣ ਜਾਣ। ਹੁਣ ਬਨਸਪਤੀ ਕਿੱਡੀ ਹੈ, ਜੰਗਲਾਂ ਦੇ ਜੰਗਲ ਨੇ। ਸਾਰਾ ਕੁਝ ਹੋਣ ਤੋਂ ਬਾਅਦ ਤਿੰਨ ਚੀਜ਼ਾਂ ਹੋ ਗਈਆਂ ਨਾ, ਪੇਪਰ, ਕਲਮ ਤੇ ਸ਼ਾਹੀ। ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਵਸੁਦਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਸਾਰੀ ਧਰਤੀ ਪੇਪਰ। ਫਿਰ ਵੀ ਜੇ ਤੁਸੀਂ ਮੈਨੂੰ ਕਹੋ ਮੈਂ ਉਹਦਾ ਜਸ ਲਿਖ ਪਾਵਾਂ, ਮੈਂ ਉਹਦਾ ਅੰਤ ਲਿਖ ਪਾਵਾਂ, ਇਹ ਮੇਰੇ ਵੱਸੋਂ ਬਾਹਰ ਹੈ। ਉਹ ਜਿੱਥੇ ਪ੍ਰਮਾਤਮਾ ਨੂੰ ਬੇਅੰਤ ਕਿਹਾ ਜਾ ਰਿਹਾ ਹੈ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਇੱਥੇ ਜੇ ਇਹ ਸਮਝਾਇਆ ਜਾਏਗਾ ਬੱਚਿਆਂ ਨੂੰ, ਪੁੱਤਰੋ ਇਸ ਤੁਹਾਨੂੰ ਸਰੀਰ ਮਿਲਿਆ, ਇਹਨੂੰ ਇੱਥੇ ਵਧੀਆ ਤਰੀਕੇ ਨਾਲ ਜੀਉ ਕੇ ਜਾਓ। ਬੱਚਿਓ ਇੱਥੇ ਇਹੋ ਜਿਹੀ ਮਿਸਾਲ ਬਣ ਕੇ ਜਾਓ ਕਿ ਸਰੀਰ ਖਤਮ ਹੋ ਜਾਏ ਪਰ ਤੁਹਾਡੇ ਕੰਮ ਜਿਉਂਦੇ ਰਹਿਣ। ਤੁਸੀਂ ਕੀ ਸਮਝਦੇ ਹੋ ਭਗਤ ਪੂਰਨ ਸਿੰਘ ਵਰਗੀ ਸ਼ਖਸੀਅਤ ਦੁਨੀਆ ਤੋਂ ਖਤਮ ਹੋ ਜਾਏਗੀ? ਨਹੀਂ ਖਤਮ ਹੋਏਗੀ। ਬੂਟਾ ਲਾ ਕੇ ਗਏ ਨੇ, ਇੱਕ ਦੀ ਜਗ੍ਹਾ ਦੂਜਾ, ਦੂਜੇ ਜਗ੍ਹਾ ਆ ਜਿਹੜੇ ਲੋਕ ਥਾਲੀਆਂ 'ਤੇ ਨਾਮ ਲਿਖਾਉਂਦੇ ਨੇ, ਪਾਲਕੀਆਂ 'ਤੇ ਨਾਮ ਲਿਖਾਉਂਦੇ ਨੇ, ਬਿਲਡਿੰਗਾਂ 'ਤੇ ਨਾਮ ਲਿਖਾਉਂਦੇ, ਇਹ ਜਦੋਂ ਬਿਲਡਿੰਗ ਟੈਣੀ ਨਾਲ ਨਾਮ ਢਹਿ ਜਾਣਾ। ਪਰ ਜੇ ਤੁਸੀਂ ਮਾਨਵਤਾ ਦੇ ਹਿਰਦੇ 'ਚ ਆਪਣਾ ਨਾਮ ਲਿਖਾਇਆ ਹੋਵੇਗਾ, ਉਹ ਕਦੀ ਖਤਮ ਨਹੀਂ ਹੋਵੇਗਾ। ਭਗਤ ਕਬੀਰ ਜੀ ਵਕਤ, ਭਗਤ ਧੰਨਾ ਜੀ ਵਕਤ, ਭਗਤ ਬੇਣੀ ਜੀ ਵਕਤ, ਭਗਤ ਰਾਮਾਨੰਦ ਪਰਮਾਨੰਦ ਜੀ ਵਕਤ ਕਿਹੜੇ ਕਿਹੜੇ ਰਾਜੇ, ਕਿਹੜੇ ਕਿਹੜੇ ਅਮੀਰ ਲੋਕ ਹੋਣਗੇ, ਕੌਣ ਜਾਣਦਾ ਸੀ? ਇੱਥੇ ਅੰਬਾਨੀਆਂ ਅਦਾਨੀਆਂ ਤੋਂ ਕਿਤੇ ਪਹਿਲਾਂ ਲੋਕ ਅਮੀਰ ਘੱਟ ਸੀ? ਇਹ ਲੋਕ ਲੱਖ ਏਅਰਪੋਰਟਾਂ 'ਤੇ ਆਪਣੇ ਨਾਮ ਲਿਖਾ ਲੈਣ, ਜਿੱਦਣ ਏਅਰਪੋਰਟ ਹੋਏਗਾ ਨਾਲ ਨਾਮ ਹੀ ਖਤਮ ਹੋਏਗਾ। ਪਰ ਹੋ ਸਕਦਾ ਇੱਥੇ ਅਮੀਰ ਘਰਾਣਿਆਂ ਦੇ ਵਿੱਚ ਕੋਈ ਸਧਾਰਨ ਜਿਹਾ ਬੰਦਾ ਵੀ ਕੋਈ ਇਹੋ ਜਿਹਾ ਕੰਮ ਕਰ ਜਾਏ, ਰਹਿੰਦੀ ਦੁਨੀਆ ਤੱਕ ਉਹਦਾ ਨਾਮ ਦੁਨੀਆ 'ਤੇ ਗੂੰਜੇਗਾ, ਭਾਈ ਕੋਈ ਆਪਣਾ ਨੁਕਸਾਨ ਕਰਾ ਕੇ ਵੀ ਕਿਸੇ ਦਾ ਸਵਾਰਦਾ ਰਿਹਾ ਹੈ। ਦੌੜ ਤੇ ਇਸੇ ਦੀ ਨਾ ਵੀ ਮੇਰਾ ਦੁਨੀਆ 'ਤੇ ਨਾਮ ਰਵੇ, ਐਨ ਇੱਕ ਨੰਬਰ 'ਤੇ ਮੇਰਾ ਨਾਮ ਆ ਜਾਏ। ਭਗਤ ਕਬੀਰ ਜੀ ਵਕਤ ਕਿੰਨੇ ਰਾਜੇ ਮਹਾਰਾਜੇ ਹੋਣਗੇ, ਕੌਣ ਜਾਣਦਾ? ਕਿੰਨੇ ਅਮੀਰ ਲੋਕ ਹੋਣਗੇ, ਕਿੰਨੇ ਸਲਾਮ, ਕਿੰਨੇ ਉਸ ਵਕਤ ਵਿਪਰ ਹੋਣਗੇ ਜਿਹੜੇ ਜਾ ਕੇ ਰਾਜਿਆਂ ਦਰਬਾਰ 'ਚ ਮੰਗਦੇ ਹੋਣਗੇ। ਅਤੇ ਭਗਤ ਕਬੀਰ ਜੀ ਨੇ ਕਿਹਾ, ਤੂੰ ਬਾਹਮਣ, ਮੈਂ ਕਾਂਸ਼ੀ ਦਾ ਜੁਲਹਾ। ਤੂੰ ਬਾਹਮਣ ਹੈ, ਮੈਂ ਕਾਂਸ਼ੀ ਦਾ ਜੁਲਹਾ ਹਾਂ। ਬੂਝੋ ਮੋਰ ਗਿਆ ਨਾ। ਮੇਰੇ ਕੋਲ ਇੱਕ ਪਤੇ ਦੀ ਗੱਲ ਸੁਣ, ਤੁਮ ਤੋ ਜਾਚੇ ਭੂਪਤ ਰਾਜੇ, ਹਰਸੋਂ ਮੋਰ ਧਿਆਨਾ। ਐਡਾ ਵੱਡਾ ਉੱਚਾ ਹੋ ਕੇ ਵਿਪਰ ਮੰਗਦਾ ਤੇ ਫਿਰ ਰਾਜਿਆਂ ਕੋਲ ਹੈ, ਪਰ ਵੇਖ ਹਰਸੋਂ ਮੋਰ ਧਿਆਨਾ।
मेरा ध्यान ਉਹਦੇ ਵੱਲ ਹੈ ਜਿਹੜਾ ਮੇਰੇ ਅੰਦਰ ਬੈਠਾ ਹੋਇਆ ਹੈ। मैं सच ना सांझ पाई कू हर समान नहीं राजा, ये भुपत सब दिवस चार के झूठे कर दरवाजा। शायद उहदे सामने बैठे सानूं वेख के गल कही होएगी। तो इस गल नूं समझो, इत्थे शब्द है बेअंत, बेअंत शब्द। हुण इत्थे गल कही है 184 मेदनी बेअंत किस्म दी जीव जंतु धरती ते रहण वाले मालक ने पैदा कीते हुए ने। तिशना जलती करे पुकार। पर कमाल की गल तुसीं वेखो, ये सारा ज्ञान संबंध मनुख नाल रखदा है। जिन्ने विद्यक अदारे ने, जिन्नी एजुकेशन सिस्टम है, किहदे नाल संबंध रखदा है? मनुख नाल। तुसीं एजुकेशन सिस्टम देखो, जो बड़े बड़े बाजारां स्टोर भरे पे ने, जो कपड़े, ये सारा संबंध तो मनुख नाल रखदा है। बंदे तेरे रहण लई किन्ना कुछ पैदा होया है। कपड़े तेरे लिए, खाने तेरे लिए, रेस्टोरेंट तेरे लिए अद्धी अद्धी रात तक खुले रहंदे ने, रोड तेरे लिए बने ने, गड्डियां तेरे लिए, सारा कुछ करन तो बाद भी तो दुख आत्म हत्या फिर तू करदा है। फिर तू कहना रहण योग नहीं हैगा। रहण योग हैगा, तैनूं रहना आउंदा नहीं। हुण इत्थे शब्द वरत्या 184 मेदनी तृष्णा जलती करे पुकार। तृष्णा विच जलदी होई ये लुकाई पुकार कर रही है भी कोई अग बुझा दे। हुण अग बुझाऊ किहड़ा? क्योंकि लाई तो आप है। इसे अग नूं वेख के गुरु नानक साहब जदों तुरे ने तो भाई गुरदास जी ने आख्या, बाबा देख ध्यान थर जलती सा पृथ्वी दिसे आई, बाजों गुरु गुबार है, हा हा कर दी सुनी रुकाई। वो किहड़ी अग सी? उस अग ने अज परिवारां दे परिवार ने साढ़े। ये अग नहीं है। घर बुलट मोटरसाइकिल खलोता है, इक्को लड़का है, तो कहते दाज चाउण दो जी होर आउंदा इहदे। कह दलेरी नाल घर है, कार साढ़े कोल, एक्टिवा खलोती हुई है, मोटरसाइकिल है, 3 साधन ने, 2 जीआं सी, साधन 3 खलोते हुए ने। तुसीं अपनी धी नूं पढ़ाता, सानूं कुछ नहीं चाहिए। कह दलेरी नाल, पर अग बलदी अंदर। उस अग ने सड़ के सुआह करता। आ है अग, बाहर दी अग थोड़ा। बाहर दी अग तो बुझाई जा सकती, वो तो 4 बंदे रल के अग बुझा देंगे। इत्थे तैनूं बुझाउणी पैनी है। तेरे अंदरों उठेगी वो विचार कि नहीं भाई खत्म कर इस अग नूं। जलती करे पुकार, जल्दी हुई पुकार कर रही है। कहते ये मोह माया सब पसरिया। मोह माया, माया की आप डेफिनेशन पहलियां सलोकां च क्लीयर कर चुके हैं। हर वो वस्तु माया जिहड़ी तुहानूं सच दे रस्ते ते तुरन विच रुकावट खड़ी करदी है। मोह पकड़, मोह का मतलब पकड़। नशेड़ी बंदा नशे तो बिना नहीं रहिंदा, उन्होंने नशे का मोह है। मोह समझ जो उस पकड़ वो जिहड़ा जिहड़ा उस सामने आऊगा उसका नुकसान करेगा। जे उस नशे के मोह विच उहदी मां रुकावट है, मां का घाटा लाएगा। पत्नी रुकावट है, पत्नी का घाटा लाएगा। धी रुकावट है, धी नूं खत्म करेगा। ईवन जिहड़ी परात पत्नी आटा गुंदी, परात भी वेच के वो अपना नशा पूरा करेगा, क्योंकि उन्होंने ये फिक्र नहीं हैगा मेरे बच्चे रोटी किद्दां खाणगे। उन्होंने सिर्फ अपने नशे की लत लगी हुई है। जिवें पोलीटिकल बंदे नूं मोह काहदा? कुर्सी का। वो कुर्सी ते बैठण लई किन्निआं नूं नशे पिआउंदा है, किन्ना जहर वंडदा है। पकड़। जिवें अज अंदानियां अंबानियां अमीर घराणिਆਂ नूं काहदी है भी इस दुनिया के अंदर 1 नंबर पर आ जी असीं। उन्होंने PM वर्गे भी अपने नौकर बनाए हुए हैं। इस गेम नूं समझो। एक छोटे तो लैके वड्डे तक मोह, मोह की कोई एक रूप थोड़ा। जिहड़ी चीज़ जिथे पकड़ आ गई, एवें थोड़ा पानी आखा सी जाल मोह। जे सुखी होना चाहना इहनूं साड़ दे, कस मस कर, इहदी शाही बना ला। मत कागद, मत नूं पेपर बना ला। मत कागद कर सार, भाऊ कलम प्यार नूं लिखारी बना ला। भाऊ प्यार नूं कलम बना ला, कर चित लिखारी, ते चित नूं लिखारी बना ला। लिख नाम सलाह, लिख लिख अंत न पारावा। ये आर्टिकल लिख, हिस्ट्री लिखी जाएगी, दुनिया याद करेगी भी भाई किसी ने इदां दा लेख लिखिया सी। जाल मोह कस मस कर, मत कागद कर सार, भाऊ कलम प्यार नूं कलम, कर चित लिखारी, गुर पुछ लिख विचार। तो लिखण लगे गुरु नूं पुछी। अज असीं किहनूं पुछदे हां? पंडितां नूं, जोशियां नूं, बाबियां नूं, सियाणियां नूं, आ करिए कि ना करिए। उन्होंने पुछ के
ਚੰਗੇ ਭਲੇ ਪਾਣੀ ਦਾ ਸਤਿਆਨਾਸ਼ ਮਾਰਤਾ। ਦੂਜੇ ਬੰਨੇ ਤੀਜੀ ਪਰਤ ਤੋਂ ਪਾਣੀ ਲੈ ਰਹੇ ਅਸੀਂ, ਤੇ ਜਿਹੜਾ ਮਾੜਾ ਮੋੜ ਹੈਗਾ ਸੀ ਉਹ ਕੁਝ ਫੈਕਟਰੀਆਂ ਦਾ ਗੰਦਾ ਪਾਣੀ, ਤੇ ਕੁਝ ਅਸੀਂ ਨਾਰੀਅਲ ਸੁੱਟ ਕੇ ਸਮਗਰੀ ਪੂਜਾ ਦੇ ਨਾਂ 'ਤੇ ਸੁੱਟ ਕੇ ਉਹ ਜਿਹੜਾ ਹੈਗਾ ਸੀ ਉਹਦਾ ਵੀ ਸਤਿਆਨਾਸ਼ ਮਾਰਤਾ। ਉਸ ਬੰਨੇ ਤੁਰ ਪਏ ਅਸੀਂ। ਕਿਉਂ? ਅਸੀਂ ਪੁੱਛਦੇ ਉਹਨਾਂ ਨੂੰ, ਅਸੀਂ ਗੁਰੂ ਨੂੰ ਨਹੀਂ ਪੁੱਛਿਆ। ਇਹ ਮੋਹ ਮਾਇਆ ਸਭ ਪਸਰਿਆ, ਨਾਲ ਚੱਲੇ ਨਾ ਅੰਤੀ ਵਾਰ। ਆ ਜਿਹੜਾ ਤੂੰ ਇੰਨਾ ਖਲਾਰਾ ਪਾਇਆ ਹੋਇਆ ਨਾ, ਇਹ ਨਾਲ ਚੱਲੇ, ਕਿੱਥੇ ਨਾਲ ਚੱਲੇਗਾ ਜੀ? ਅੱਗੇ ਨਹੀਂ, ਜ਼ਿੰਦਗੀ ਜਿਉਣ 'ਚ ਤੇਰੇ ਨਾਲ ਨਹੀਂ ਚੱਲੇਗਾ। ਇਹਨੇ ਤੇਰੇ ਕੰਮ ਥੋੜ੍ਹਾ ਆਉਣਾ ਨਾ। ਅੰਤੀ ਵਾਰ ਜਦੋਂ ਤੂੰ ਆਤਮਕ ਮੌਤ 'ਤੇ ਮਰ ਲੱਗਿਆ, ਤੈਨੂੰ ਆਤਮਕ ਮੌਤ 'ਤੇ ਮਰਨ ਤੋਂ ਇਹਨੇ ਬਚਾਉਣਾ ਥੋੜ੍ਹਾ ਹੈ। ਉਹ ਤੇਰੇ ਸੱਚ ਹੀ ਬਚਾਏਗਾ। ਜਦੋਂ ਤੂੰ ਮਰਨ ਲੱਗਾ, ਜਦੋਂ ਤੂੰ ਜਾਇਦਾਦ ਪਿੱਛੇ ਭਰਾ ਨਾਲ ਠੱਗੀ ਮਾਰਨ ਲੱਗਾ, ਉਹ ਤੇਰੇ ਸੱਚ ਪਿੱਛੇ ਸੰਤੋਖ ਸਬਰ ਖਲੋਤਾ ਹੋਇਆ, ਦੈਵੀ ਗੁਣ ਖਲੋਤੇ, ਨਾ ਕਰ, ਉਹ ਬਚਾਊਗਾ ਮਰਨ ਤੋਂ। ਇਹਨੇ ਥੋੜ੍ਹਾ ਬਚਾਉਣਾ, ਇਹਨੇ ਧੱਕਾ ਦੇਣਾ ਸਗੋਂ ਹੋਰ, ਮਰ ਭਰਾ ਹੋਰ ਜਾ ਕੇ ਗਣੋਂ ਲੈ। ਲੋਭੀ ਕਾ ਵਿਸਾਰ ਨਾ ਕੀਤੇ, ਜੇ ਕਾ ਪਰ ਵਸਾਏ। ਕਾਸ਼ ਕਿਤੇ ਅਸੀਂ ਬਾਣੀ ਨੂੰ ਇੱਦਾਂ ਸਮਝ ਆਉਂਦਾ, ਅਸੀਂ ਪਰਖ ਕਰਦੇ ਵੀ ਇਹ ਬੰਦਾ ਮੇਰੇ ਨਾਲ ਕਿਉਂ ਜੁੜਿਆ। ਲਾਲਚ ਤੇ ਨਹੀਂ, ਰਿਸ਼ਤਿਆਂ ਦੀ ਕਦਰ ਹੋ ਜਾਂਦੀ ਵੀ ਇਹ ਜਿਹੜੇ ਅੱਜ ਲੜਕੀ ਵੇਖਣ ਆਏ ਨੇ, ਇਹਨਾਂ ਦੀ ਅੱਖਾਂ 'ਚ ਕੀ ਹੈ। ਜਿੰਨੇ ਅਸੀਂ ਪਾਰਖੂ ਗੱਡੀਆਂ ਦੇ ਬਣ ਗਏ, ਇਹ ਗੱਡੀ ਬਾਰੀ ਤੋਂ ਲੱਗੀ ਹੈ, ਇਹਦੀ ਆਹ ਪ੍ਰੋਬਲਮ ਹੈ, ਘਰ ਲੈਣ ਲੱਗਿਆ ਅਸੀਂ ਇਨਕੁਆਇਰੀਆਂ ਕਰਦੇ ਹਾਂ। ਸਾਨੂੰ ਬੰਦਿਆਂ ਬਾਰੇ ਵੀ ਨੌਲੇਜ ਹੁੰਦੀ, ਰਿਸ਼ਤਿਆਂ ਬਾਰੇ ਪਤਾ ਹੁੰਦਾ, ਪਰ ਕਿਉਂ? ਕਿਉਂਕਿ ਸਾਡੀ ਸਟੱਡੀ ਹੈ ਨਹੀਂ। ਉਦੋਂ ਤੇ ਪਤਾ ਵੀ ਹੁੰਦਾ ਸਾਰਾ ਕੁਝ ਵੀ ਲਾਲਚ ਅੱਖਾਂ 'ਚ ਹੈਗਾ ਹੈ। ਕਿੰਨੇ ਪਰਿਵਾਰ ਅੱਜ ਧੱਕੇ ਖਾ ਰਹੇ ਨੇ, ਜਿਨ੍ਹਾਂ ਦਾ ਬੇਸ ਹੀ ਲਾਲਚ 'ਤੇ ਖਲੋਤਾ ਹੋਇਆ ਹੈ, ਨੀਂਹ ਲਾਲਚ 'ਤੇ ਦੁਖੀ ਹੁੰਦੇ, ਕਿਉਂਕਿ ਇਹ ਮੋਹ ਮਾਇਆ ਉਹਨੇ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਹੈ। ਹੁਣ ਇੱਥੇ ਸ਼ਬਦ ਵਰਤਿਆ, ਇਹ ਮੋਹ ਮਾਇਆ ਸਭ ਪਸਰਿਆ, ਨਾਲ ਚੱਲੇ ਨਾ ਅੰਤੀ ਵਾਰ। ਇਹਨੇ ਜਦੋਂ ਤੂੰ ਆਤਮਕ ਮੌਤ 'ਤੇ ਮਰ ਲੱਗਿਆ, ਇਹ 'ਚੋਂ ਇੱਕ ਵੀ ਮਟੀਰੀਅਲ ਤੈਨੂੰ ਆਤਮਕ ਮੌਤ 'ਤੇ ਬਚਾਉਣ 'ਚ ਕੰਮ ਨਹੀਂ ਆਏਗਾ। ਹਰ ਬਿਨ ਹਰੀ ਤੋਂ ਬਿਨਾਂ। ਹੁਣ ਕਿਹੜੇ ਪਿਆਰੇ ਸ਼ਬਦ ਕਹਿੰਦੇ, ਬਿਨ ਹਰ ਬਿਨਾ ਹਰੀ ਤੋਂ ਸ਼ਾਂਤ ਨਾ ਆਵਈ। ਹੁਣ ਅੰਦਰ ਸ਼ਾਂਤੀ ਕਿੱਥੋਂ ਹੋਣੀ? ਅੰਦਰ ਤੇ ਅੱਗ ਬਲ ਰਹੀ ਹੈ। ਅੱਗ ਕਿੱਦਾਂ ਬਲਦੀ ਹੈ? ਜਦੋਂ ਗੁਆਂਢੀ ਗੱਡੀ ਲੈ ਕੇ ਆਉਂਦਾ, ਅੱਗ ਕਿੱਥੇ ਬਲਦੀ ਭਲਾ? ਅੰਦਰ ਅੱਗ ਬਲ ਰਹੀ ਦਿਖਾਏ। ਸਾਡੇ ਕੋਲ ਪੁਰਾਣੀ ਨਵੀਂ ਲੈ ਆਏ, ਉਹ ਲੱਡੂਆਂ ਦਾ ਡੱਬਾ ਲੈ ਕੇ ਆਉਂਦੇ ਸਾਡੇ ਘਰ, ਲੱਡੂ ਖਾਣ ਨੂੰ ਜੀ ਕਰਦਾ। ਹੁਣ ਅੱਗ 'ਤੇ ਲੱਡੂ ਸੁੱਟੋਗੇ ਤੁਸੀਂ, ਤੇ ਲੱਡੂ ਦੀ ਕੀ ਹਾਲਤ ਹੋਏਗੀ ਭਲਾ? ਅੰਦਰ ਅੱਗ ਮੱਚ ਰਹੀ ਹੈ। ਗੁਆਂਢੀ ਟਰੈਕਟਰ ਲੈ ਕੇ ਆਇਆ, ਗੁਆਂਢੀ ਨੇ ਕਾਰੋਬਾਰ ਸ਼ੁਰੂ ਕੀਤਾ। ਈਵਨ ਇੱਥੋਂ ਤੱਕ ਸਕੀ ਭੈਣ ਨੂੰ ਫੋਨ ਕਰਦੀ ਹੈ, ਭੈਣੇ ਵਧਾਈ ਹੋਵੇ ਤੈਨੂੰ, ਤੇਰਾ ਭਣੇਵਾ 99% ਨੰਬਰ ਲੈ ਕੇ ਪਾਸ ਹੋਇਆ। ਉਹ ਦੱਸਦੇ ਆ ਇੱਧਰ ਅੱਗ ਬਲ ਪਈ ਨਾਲ ਵੀ ਸਾਡਾ ਮਸਾਂ ਪਾਸ ਹੀ ਹੁੰਦਾ ਹੈ। ਅੱਗ ਦਾ ਕੋਈ ਇੱਕ ਰੂਪ ਹੈ। ਅੱਗ ਤਾਂ ਕੋਈ ਅੱਗ ਤੁਹਾਡੇ ਘਰ ਆਣ ਕੇ ਲਾਊਗਾ, ਇੱਕ ਅੱਗ ਦੂਰੋਂ ਹੀ ਲੱਗ ਜਾਂਦੀ ਹੈ। ਕੋਈ ਤੁਹਾਨੂੰ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਫੋਨ ਕਰੇ, ਅੱਜ ਕਾਰੋਬਾਰ ਸ਼ੁਰੂ ਕੀਤਾ ਹੈ, ਅੱਜ ਮੈਂ ਨਵਾਂ ਸਟੋਰ ਲਿਆ ਹੈ, ਅੱਜ ਮੈਂ ਫੈਕਟਰੀ ਲਈ ਹੈ, ਅੱਜ ਮੈਂ ਨਵੀਂ ਸ਼ਾਪ ਲਈ ਹੈ, ਅੱਜ ਮੈਂ ਆਹ ਕੰਮ ਸ਼ੁਰੂ ਕੀਤਾ ਹੈ, ਬੱਚਾ ਅੱਜ ਪਹਿਲੀ ਕਮਾਈ ਲੈ ਕੇ ਆਇਆ ਹੈ, ਜੌਬ 'ਤੇ ਲੱਗ ਗਿਆ ਹੈ, ਕੋਈ ਟਾਵਾਂ ਹੀ ਹੋਏਗਾ ਜਗ੍ਹਾ ਸ਼ੁਕਰ ਹੈ, ਬਹੁਤ ਵਧੀਆ। ਨਹੀਂ ਤਾਂ ਅੰਦਰ ਅੱਗ ਮੱਚ ਪੈਂਦੀ ਉਸੇ ਵੇਲੇ, ਹਾਏ ਇਹ ਅੱਗੇ ਲੰਘ ਗਿਆ। ਤੁਸੀਂ ਕਹੋਗੇ ਨਹੀਂ ਹੁੰਦਾ, ਤੇ ਨਜ਼ਰ ਵੱਟੂ, ਬੁਰੀ ਨਜ਼ਰ ਵਾਲੇ ਪਹਿਲਾਂ ਮੂੰਹ ਕਾਲਾ, ਮਿਰਚਾਂ ਨਿੰਬੂ, ਇਹ ਕਿੰਨਾਂ ਤੋਂ ਬਚਣ ਲਈ ਅਸੀਂ ਟੰਗੀਆਂ ਹੋਈਆਂ ਨੇ। ਅਸੀਂ ਬੜੇ ਸਿਆਣੇ ਆ। ਬਈ ਸ਼ੁਕਰ ਕਰੋ ਵੀ ਪਸ਼ੂਆਂ ਦੇ ਮੂੰਹ ਜ਼ੁਬਾਨ ਨਹੀਂ, ਉਹ ਬੋਲਦੇ ਨਹੀਂ। ਜੇ ਉਹ ਬੋਲਣ ਨਾ, ਉਹ ਕਹਿਣਗੇ ਉਹ ਬੰਦਿਓ, ਉਹ ਇਨਸਾਨੋ, ਤੁਸੀਂ ਆਪਣੇ ਆਪ ਕਹਿੰਦੇ ਨਾ ਅਸੀਂ ਧਰਤੀ ਦੇ ਸਰਦਾਰ ਹਾਂ, ਤੁਹਾਡੇ ਨਾਲੋਂ ਅਸੀਂ ਚੰਗੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਕਿੱਦਾਂ ਨਜ਼ਰ ਵੱਟੂ ਟੰਗੇ ਹੋਏ ਨੇ ਆਪਣੇ ਘਰਾਂ, ਆਪਣੀਆਂ ਦੁਕਾਨਾਂ ਦੇ ਬਾਹਰ-ਬਾਹਰ। ਹੁਣ ਇੱਥੇ ਕੀ ਸ਼ਬਦ ਵਰਤੇ? ਬਿਨ ਹਰ ਸ਼ਾਂਤ ਨਾ ਆਵਈ। ਬਿਨਾਂ ਹਰੀ ਤੋਂ, ਬਿਨਾਂ ਸੱਚ ਤੋਂ ਸ਼ਾਂਤੀ ਨਹੀਂ ਆਉਂਦੀ, ਅੰਦਰ ਟਿਕਾ ਨਹੀਂ ਆਉਂਦਾ। ਕਿ ਸਾਗੇ ਕਰੀ ਪੁਕਾਰ, ਹੈ ਕੋਈ ਦੂਜੀ ਜਗ੍ਹਾ ਪੁਕਾਰ ਕਰਨ ਵਾਲੀ? ਜੀਓ ਤਪਤ ਹੈ ਬਾਰੋ ਬਾਰ, ਇਹ ਜੀਓ ਤਪਦਾ ਹੈ, ਤਪ ਖਪੇ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਰਲਾਏ। ਕਿ ਸਾਗੀ ਕਰੀ ਪੁਕਾਰ, ਕਿਹਦੇ ਅੱਗੇ ਪੁਕਾਰ ਕਰਾਂ? ਕਦੇ ਵੱਡ ਭਾਗੀ ਸਤਿਗੁਰ ਪਾਇਆ। ਜਦੋਂ ਮੈਂ ਸਤਿਗੁਰ ਨੂੰ ਪਾ ਲਿਆ, ਵੱਡੇ ਭਾਗ ਬਣ ਗਏ। ਜਿਵੇਂ ਆਪਾਂ ਪਹਿਲਾਂ ਗੱਲ ਕਹੀ ਸੀ, ਵੱਡੇ ਭਾਗ ਬਣ ਗਏ। ਮੈਂ ਆਪਣੇ ਭਾਗ ਵੱਡੇ ਬਣਾ ਲਏ ਅਤੇ ਬੁੱਝਿਆ, ਸਮਝ ਆ ਗਈ ਕਿਹਨੂੰ? ਬ੍ਰਹਮ ਵਿਚਾਰ, ਬ੍ਰਹਮ ਦੀ ਵਿਚਾਰ ਸਮਝ ਆ ਗਈ। ਫਿਰ ਸਮਝ ਆ ਗਈ ਉਹ ਤਾਂ ਸਵੇ ਘਟ ਰਾਮ ਬੋਲੇ ਬਈ, ਮੈਂ ਉਹਦੇ ਵੱਲ ਵੇਖ ਕੇ ਸੜਦਾ ਕਿਉਂ ਆ? ਮੈਨੂੰ ਤਾਂ ਉਹਦੀ ਤਰੱਕੀ 'ਤੇ ਖੁਸ਼ੀ ਹੋਣੀ ਚਾਹੀਦੀ ਹੈ। ਕਿਉਂਕਿ ਬੁੱਝਿਆ ਬ੍ਰਹਮ ਵਿਚਾਰ, ਤਿਸ਼ਨਾ ਅਗਨ ਸਭ ਬੁੱਝ ਗਈ। ਉਹਦੀ ਅੰਦਰ ਅੱਗ ਬਲਦੀ ਸੀ, ਉਹ ਬੁੱਝ ਗਈ। ਇੱਕਦਮ ਲਾਵਾ ਫੁੱਟਿਆ ਜਿਹੜਾ ਸੀ ਨਾ, ਐਂ ਠੰਡਾ ਹੋ ਗਿਆ।
ਤਿਸ਼ਨਾ ਅਗਨ ਸਭ ਬੁਝ ਗਈ, ਜਨ ਨਾਨਕ ਹਾਰ ਔਰ ਧਾਰ। ਜਦੋਂ ਮੈਂ ਆਪਣੇ ਹਿਰਦੇ ਦਾ ਹਾਰ ਬਣਾ ਲਿਆ, ਆਪਣੇ ਔਰ ਵਿੱਚ, ਆਪਣੇ ਹਿਰਦੇ 'ਚ ਸੱਚ ਨੂੰ ਧਾਰਨ ਕਰ ਲਿਆ, ਉਹ ਜਿਹੜੀ ਅੰਦਰ ਲੱਟ ਲੱਟ ਕਰਕੇ ਅੱਗ ਬਲਦੀ ਸੀ ਉਹ ਬੁਝ ਗਈ। ਆਓ ਆਪਣੇ ਅੰਦਰ ਦੀ ਅੱਗ ਬੁਝਾਈਏ, ਆਪਣੇ ਹਿਰਦੇ ਨੂੰ ਸ਼ਾਂਤ ਕਰੀਏ ਤੇ ਜੀਵਨ ਨੂੰ ਸੋਹਣੇ ਤਰੀਕੇ ਨਾਲ ਜਿਉਣ ਦਾ ਯਤਨ ਕਰੀਏ। ਇਹ ਅੱਗ ਕਿਸੇ ਹੋਰ ਨੇ ਨਹੀਂ ਬੁਝਾਉਣੀ, ਇਹ ਅੱਗ ਸਾਨੂੰ ਖੁਦ ਲਾਈ ਵੀ ਆਪ ਹੈ ਤੇ ਬੁਝਾਉਣੀ ਵੀ ਖੁਦ ਸਾਨੂੰ ਆਪ ਪਵੇਗੀ। ਸਾਰਿਆਂ ਦਾ ਧੰਨਵਾਦ। ਕੋਸ਼ਿਸ਼ ਕਰੋ ਕਿ ਅਸੀਂ ਆਪ ਗੁਰਬਾਣੀ ਪੜ੍ਹੀਏ ਤੇ ਇਹਨਾਂ ਘੁੰਡੀਆਂ ਨੂੰ ਸਮਝ ਸਕੀਏ। ਇਹ ਜਿਹੜੀ ਅੰਦਰ ਅੱਗ ਹੈ ਇਹ ਲਾਈ ਵੀ ਆਪ ਹੈ ਤੇ ਬੁਝਾਉਣੀ ਵੀ ਖੁਦ ਆਪ ਪਵੇਗੀ। ਉਹ ਕਿਹੜੀ ਅੱਗ ਹੈ ਜਿਹਨੇ ਸਾਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ? ਆਓ ਗੁਰਮਤਿ ਵਿੱਚ ਖੁਦ ਸਮਝੀਏ। ਉਹ ਅੱਗ ਹੈ ਤ੍ਰਿਸ਼ਨਾ ਦੀ ਅੱਗ, ਜਿਹਨੇ ਮਾਨਵਤਾ ਨੂੰ ਸਾੜ ਕੇ ਸੁਆਹ ਕੀਤਾ ਹੈ। ਆਓ ਇਸ ਅੱਗ ਨੂੰ ਬੁਝਾ ਕੇ ਜੀਵਨ ਨੂੰ ਖੂਬਸੂਰਤ ਤਰੀਕੇ ਨਾਲ ਜਿਉਣ ਦਾ ਯਤਨ ਕਰੀਏ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।